Welcome to another slide by Department of School Education dated 5th November 2020. This is PAS revision slide for class 12th General English Objective Type Questions Section A Chapter 5 on saying please. Who threw the passenger out of the lift? ਉਸ ਸਵਾਰੀ ਨੂੰ ਲਿਫਟ ਤੋਂ ਬਾਹਰ ਕਿਹਨੇ ਸੁੱਟਿਆ? The right answer is the liftman threw the passenger out of the lift. Liftman ਨੇ ਸਵਾਰੀ ਨੂੰ ਲਿਫਟ ਤੋਂ ਬਾਹਰ ਸੁੱਟਿਆ. Number 2. Why did the liftman throw the passenger out of the lift? ਉਸ ਪੈਸੇਂਜਰ ਨੇ ਸਵਾਰੀ ਨੂੰ ਕਿਉਂ ਲਿਫਟ ਤੋਂ ਬਾਹਰ ਸੁੱਟਿਆ? The liftman threw the passenger out of the lift because he did not say top please. ਹੁਣ ਉਹ ਲਿਫਟਮੈਨ ਚਾਹੁੰਦਾ ਸੀ ਕਿ ਸਵਾਰੀ ਉਸ ਨੂੰ ਕਹੇ ਟਾਪ ਪਲੀਜ਼। ਜਦੋਂ ਸਵਾਰੀ ਨੇ ਪਲੀਜ਼ ਨਾ ਕਿਹਾ ਤਾਂ ਉਸ ਨੂੰ ਲਿਫਟ ਤੋਂ ਬਾਹਰ ਸੁੱਟਿਆ ਗਿਆ। ਨੰਬਰ 3 ਇਜ਼ ਡਿਸਕਰਟਸੀ ਅ ਲੀਗਲ ਅਫੈਂਸ? ਕੀ ਇਹ ਜੋ ਡਿਸਕਰਟਸੀ ਹੁੰਦੀ ਹੈ, ਡਿਸਕਰਟਸੀ ਕੀ ਹੁੰਦਾ? ਬਦਤਮੀਜ਼ੀ। ਕੀ ਇਹ ਕਾਨੂੰਨਨ ਜੁਰਮ ਹੈ? ਨੋ, ਨਹੀਂ, ਕਾਨੂੰਨਨ ਤਾਂ ਕੋਈ ਜੁਰਮ ਨਹੀਂ। ਨੰਬਰ 4 What is the first requirement of civility? ਸੱਭਿਅਕ ਹੋਣ ਦੀ ਪਹਿਲੀ ਨਿਸ਼ਾਨੀ ਕੀ ਹੈ? The first requirement of civility is to acknowledge a service. ਕਿਸੇ ਦੀ ਕੀਤੀ ਹੋਈ ਸੇਵਾ ਦੇ ਬਦਲੇ ਸ਼ੁਕਰਗੁਜ਼ਾਰ ਹੋਣਾ ਹੀ ਫਰਸਟ ਰਿਕੁਆਇਰਮੈਂਟ ਹੈ ਸਿਵਿਲਿਟੀ ਦੀ। ਇਹੀ ਸਭ ਤੋਂ ਪਹਿਲੀ ਨਿਸ਼ਾਨੀ ਹੈ ਸਾਡੇ ਸੱਭਿਅਕ ਹੋਣ ਦੀ। ਜੇ ਅਸੀਂ ਸ਼ੁਕਰਗੁਜ਼ਾਰ ਨਹੀਂ ਹੁੰਦੇ ਤਾਂ ਅਸੀਂ ਅਸੱਭਿਅਕ ਹਾਂ। ਅਗਰ ਅਸੀਂ ਕਿਸੇ ਦਾ ਥੈਂਕਸ ਕਰਦੇ ਹਾਂ ਤਾਂ ਅਸੀਂ ਸੱਭਿਅਕ ਹਾਂ। ਓਕੇ, ਐਂਡ ਦ ਨੈਕਸਟ ਕੁਐਸਚਨ ਇਜ਼ ਨੇਮ ਐਨੀ ਵਨ ਗੁੱਡ ਕੁਆਲਿਟੀ ਆਫ ਦ ਕੰਡਕਟਰ। ਕੰਡਕਟਰ ਦੀ ਕਿਸੇ ਇੱਕ ਗੁਣ ਬਾਰੇ ਦੱਸੋ। ਦ ਬੱਸ ਕੰਡਕਟਰ ਵਾਜ਼ ਹੈਲਪਫੁਲ। ਇਹ ਵੀ ਤੁਸੀਂ ਕਹਿ ਸਕਦੇ ਹੋ ਕਿ ਉਹ ਦੂਜਿਆਂ ਦੀ ਮਦਦ ਕਰਦਾ ਸੀ, ਜਾਂ ਇਹ ਵੀ ਕਹਿ ਸਕਦੇ ਹੋ ਦ ਬੱਸ ਕੰਡਕਟਰ ਵਾਜ਼ ਪੋਲਾਈਟ। ਉਹ ਬੜੇ ਨਰਮ ਸੁਭਾਅ ਦਾ ਸੀ, ਨਿਮਰ ਸੀ। ਜਾਂ ਤੁਸੀਂ ਇਹ ਵੀ ਕਹਿ ਸਕਦੇ ਹੋ ਬੱਸ ਕੰਡਕਟਰ ਕੇਅਰਿੰਗ ਸੀ, ਦੂਜਿਆਂ ਦਾ ਬੜਾ ਧਿਆਨ ਰੱਖਦਾ ਸੀ। ਨੰਬਰ 6 ਵਿਚ ਵਰਡ ਸਰਵ ਐਜ਼ ਲਿਟਲ ਕਰਸਿਸ ਇਨ ਆਵਰ ਡੇਲੀ ਲਾਈਫ? ਛੋਟੇ ਛੋਟੇ ਸ਼ਿਸ਼ਟਾਚਾਰ ਨਾਲ ਸੰਬੰਧਿਤ ਸ਼ਬਦ ਕਿਹੜੇ ਹਨ? ਵਰਡਸ ਲਾਈਕ ਪਲੀਜ਼ ਐਂਡ ਥੈਂਕ ਯੂ serve as little courtesies in our daily life. ਪਲੀਜ਼ ਅਤੇ ਥੈਂਕ ਯੂ ਵਰਗੇ ਸ਼ਬਦ ਸਾਡੇ ਸ਼ਿਸ਼ਟਾਚਾਰ 'ਚ ਛੋਟੇ ਛੋਟੇ ਸ਼ਬਦ ਬਣ ਕੇ ਉੱਭਰਦੇ ਹਨ। The law compels us to be polite. ਕਾਨੂੰਨ ਸਾਨੂੰ ਮਜਬੂਰ ਕਰਦਾ ਹੈ ਕਿ ਅਸੀਂ ਦੂਜਿਆਂ ਨਾਲ ਨਿਮਰ ਵਿਵਹਾਰ ਕਰੀਏ। ਫਾਲਸ, ਬਿਲਕੁਲ ਵੀ ਨਹੀਂ। ਕਾਨੂੰਨ ਇੱਥੇ ਕੁਛ ਨਹੀਂ ਬੋਲਦਾ, ਇਹ ਇੱਕ ਸਮਾਜਿਕ ਜ਼ਿੰਮੇਵਾਰੀ ਹੈ। ਨੰਬਰ 8 we infect the world with our ill humor. ਅਸੀਂ ਆਪਣੇ ਬੁਰੇ ਸੁਭਾਅ ਨਾਲ ਪੂਰੇ ਆਲੇ ਦੁਆਲੇ ਦੇ ਵਾਤਾਵਰਨ ਨੂੰ ਜਾਂ ਦੁਨੀਆ ਨੂੰ ਹੀ ਖਰਾਬ ਕਰ ਦਿੰਦੇ ਹਾਂ। ਟਰੂ, ਇਹ ਸੱਚ ਹੈ। ਨੰਬਰ 9 ਪਲੀਜ਼ ਐਂਡ ਥੈਂਕ ਯੂ ਆਰ ਲਿਟਲ ਕਰਟਸੀਜ਼ ਵਿਚ ਆਇਲ ਦ ਮਸ਼ੀਨ ਆਫ ਲਾਈਫ ਔਰ ਡੈਥ। ਪਲੀਜ਼ ਅਤੇ ਥੈਂਕ ਯੂ ਅਜਿਹੀਆਂ ਛੋਟੀਆਂ ਛੋਟੀਆਂ ਸ਼ਿਸ਼ਟਾਚਾਰ ਭਰੀਆਂ ਸਥਿਤੀਆਂ ਹਨ ਜਿਹੜੀਆਂ ਕਿ ਜ਼ਿੰਦਗੀ ਦੀ ਮਸ਼ੀਨ ਨੂੰ ਵਧੀਆ ਬਣਾਈ ਰੱਖਦੀਆਂ ਹਨ। ਸੋ ਦ ਰਾਈਟ ਆਨਸਰ ਇਜ਼ ਲਾਈਫ। Number 10 with old people the bus conductor was as considerate as a dash. ਬਜ਼ੁਰਗਾਂ ਨਾਲ ਜਦੋਂ ਵਿਵਹਾਰ ਕਰਦਾ ਸੀ ਤਾਂ ਕੰਡਕਟਰ ਇੰਨਾ ਜ਼ਿਆਦਾ ਧਿਆਨ ਰੱਖਦਾ ਸੀ ਜਿਵੇਂ ਕਿ ਬੇਟਾ ਹੋਏ, ਐਜ਼ ਅ ਸਨ। With children the bus conductor was as solicitous as a father. ਤਾਂ ਬੱਚਿਆਂ ਨਾਲ ਉਹ ਇੰਨਾ ਜ਼ਿਆਦਾ ਧਿਆਨ ਨਾਲ ਵਿਵਹਾਰ ਕਰਦਾ ਸੀ, ਉਹਨਾਂ ਦੀ ਮਦਦ ਕਰਦਾ ਸੀ ਜਿਵੇਂ ਇੱਕ ਪਿਤਾ ਕਰਦਾ ਹੈ, ਕੇਅਰ ਕਰਦਾ ਸੀ ਬਹੁਤ। 12 who has said nothing clears up my spirits like a fine day. ਕਿਸ ਨੇ ਕਿਹਾ ਹੈ ਕਿ ਇੱਕ ਚੰਗੇ ਦਿਨ ਵਾਂਗ ਮੇਰੀ ਆਤਮਾ ਨੂੰ ਖੁਸ਼ ਕੋਈ ਨਹੀਂ ਕਰ ਸਕਦਾ? ਕੀਟਸ। ਕੀਟਸ ਇੱਕ ਬਹੁਤ ਮਹਾਨ ਕਵੀ ਹੋਏ ਹਨ, ਉਹਨਾਂ ਦੁਆਰਾ ਇਹ ਸ਼ਬਦ ਕਹੇ ਗਏ ਹਨ। ਵਾਟ ਡਿਡ ਦ ਲਿਫਟਮੈਨ ਡਿਮਾਂਡ? ਉਹ ਲਿਫਟਮੈਨ ਕੀ ਚਾਹੁੰਦਾ ਸੀ ਕਿ ਕੀ ਕਹੇ ਮੈਨੂੰ? ਟਾਪ ਪਲੀਜ਼। ਉਸਨੇ ਕੀ ਕਹਿਤਾ ਸੀ? ਉਸਨੇ ਕਹਿਤਾ ਸੀ ਟਾਪ। ਉਹ ਕੀ ਚਾਹੁੰਦਾ ਸੀ ਕੀ ਕਹੇ? ਟਾਪ ਪਲੀਜ਼। ਪਲੀਜ਼ ਜੋੜੇ ਇਹਦੇ ਨਾਲ। ਨਾਓ ਸੈਕਸ਼ਨ ਬੀ, poem number I think 4 or 5, I don't remember. Once upon a time. Number 1 who has written the poem Once Upon a Time?
किसने लिखी है कविता? द राइट आंसर इज़ गैब्रियल ओकारा। हु इज़ द स्पीकर इन द पोएम? इस कविता 'च कौन बोल रहा है? द पोइट इज़ द स्पीकर इन द पोएम प्लेइंग द रोल ऑफ अ फादर। सो जो कवि है एक पिता का रोल निभाते हुए इत्थे गल कर रहा है। हु इज़ द पोइट टॉकिंग टू इन द पोएम? इस कविता 'च कवि किस नाल गल कर रहा है? द पोइट इज़ टॉकिंग टू हिज सन, अपने बेटे नाल गल कर रहा है। द पोइट इज़ लिविंग ए और एन नैचुरल और आर्टिफिशियल लाइफ। इस च कवि किस तरह की जिंदगी जी रहा है? नैचुरल कुदरती या आर्टिफिशियल नकली? द राइट आंसर इज़ आर्टिफिशियल। द पोइट इज़ लिविंग एन आर्टिफिशियल लाइफ, एक नकली जिंदगी जी रहा है। नंबर 5, द पोइट कंपेयर्स हिज ओन लाफ टू अ डैश बेयर फैंग्स। अपने हासे नूं कवि किस नाल जोड़दा है? स्नेक्स बेयर फैंग्स, सप दे डंग नाल। नंबर 6, द पोइट वॉन्ट्स टू अनलर्न ऑल द डैश थिंग्स ही हैज़ लर्नड। कवि की चाਹੁੰਦਾ है कि ਕਿਹੜੀਆਂ ਚੀਜ਼ਾਂ ਭੁੱਲ ਜੇ? ऑल द म्यूटिंग थिंग्स, वो सारिया चीज़ां जिन्हें उन्दियां भावनावां नूं चुप करा दिता है। नंबर 7, वट डज फील एट होम मीन? फील एट होम का मतलब की है? टू फील अनईजी एंड अनकंफर्टेबल, कि बेआराम महसूस करना, तकलीफ महसूस करना। टू फील रिलैक्सड एंड कंफर्टेबल, बिल्कुल आराम महसूस करना तो बहुत ही रिलैक्स महसूस करना। बोथ ए एंड बी, दोनों। द राइट आंसर इज़ बी, टू फील रिलैक्सड एंड कंफर्टेबल। ट्रू फॉल्स, द पोइट वॉन्ट्स टू लिव एन ऑनेस्ट एंड इनोसेंट लाइफ। कवि एक बिल्कुल ईमानदार अते बहुत ही मासूम जिंदगी जीना चाहता है, एक बच्चे वर्गी। ट्रू। नंबर 9, विच फिगर ऑफ स्पीच हैज़ बीन यूज्ड इन द फॉलोइंग लाइन? हेठ लिखिया सत्तरां च किहड़ा फिगर ऑफ स्पीच यूज़ किया गया है? My laugh in the mirror shows only my teeth like a snake's bare fangs। ਜਦੋਂ ਮੈਂ ਆਪਣਾ ਹਾਸਾ ਸ਼ੀਸ਼ੇ 'ਚ ਦੇਖਦਾ, ਆਪਣੇ ਹੱਸਦੇ ਹੋਏ ਦੰਦ ਮੈਨੂੰ ਸੱਪ ਦੇ ਡੰਗ ਵਰਗੇ, ਸੱਪ ਦੇ ਫੈਲੇ ਹੋਏ ਫਨ ਵਰਗੇ ਲੱਗਦੇ ਨੇ। ਸੋ ਦੇਰ ਇਜ਼ ਅ ਡਾਇਰੈਕਟ ਕੰਪੈਰੀਜ਼ਨ ਯੂਜ਼ਿੰਗ ਲਾਈਕ। ਜਿਵੇਂ ਕਿ ਮੈਂ ਪਹਿਲਾਂ ਵੀ ਕਈ ਵੀਡੀਓਜ਼ 'ਚ ਦੱਸਿਆ, ਜਦੋਂ ਅਸੀਂ ਦੋ ਚੀਜ਼ਾਂ ਦਾ ਸਿੱਧਾ ਸਿੱਧਾ ਕੰਪੈਰੀਜ਼ਨ ਕਰਦੇ ਹਾਂ, ਉਹਨਾਂ ਦੀ ਤੁਲਨਾ ਕਰਦੇ ਹਾਂ, तो उत्थे लाइक ਜਾਂ ਐਜ਼ ਸ਼ਬਦਾਂ ਦਾ ਇਸਤੇਮਾਲ ਕਰਦੇ ਹਾਂ, दैट इज़ सिमली। ਉਹ ਸਿਮਲੀ ਹੁੰਦੀ ਹੈ। ਪਰਸੋਨੀਫਿਕੇਸ਼ਨ ਕੀ ਹੁੰਦੀ ਹੈ ਬੇਟਾ? ਐਨੀਮੇਸ਼ਨ ਆਫ ਇਨਐਨੀਮੇਟ ਥਿੰਗਸ, ਨਿਰਜੀਵ ਚੀਜ਼ਾਂ ਜਦੋਂ ਮਨੁੱਖ ਦੀ ਤਰ੍ਹਾਂ ਗੱਲਾਂ ਕਰਦੀਆਂ ਵਿਖਾਈਆਂ ਜਾਣ। ਮੈਟਾਫਰ ਕੀ ਹੁੰਦਾ? ਇਨਡਾਇਰੈਕਟ ਕੰਪੈਰੀਜ਼ਨ, ਅਸਿੱਧੇ ਤੌਰ 'ਤੇ ਜਦੋਂ ਕਿਸੇ ਦਾ ਤੁਲਨਾ ਕੀਤੀ ਜਾਂਦੀ ਹੈ। ਵਟ ਡਜ਼ ਦ ਫਰੇਜ਼ ਆਈਸ ਬਲॉक ਕੋਲਡ ਆਈਜ਼ मीन इन द पोएम? बर्फ वर्गियां ठंडियां अखां, ਇਹਦਾ ਕੀ ਮਤਲਬ ਹੈ? ਅ ਲੁੱਕ ਸ਼ੋਜ਼ ਨੋ ਇਮੋਸ਼ਨਸ, ਇੱਕ ਅਜਿਹੀ ਲੁੱਕ, ਇੱਕ ਅਜਿਹੀ ਸ਼ਕਲ ਜਿਸ ਦੇ ਉੱਤੇ ਕੋਈ ਭਾਵਨਾਵਾਂ ਨਾ ਹੋਣ। ਬੀ ਲਵਿੰਗ ਆਈਜ਼, ਪਿਆਰ ਭਰੀਆਂ ਅੱਖਾਂ। ਸੀ ਡਰੀਮੀ ਆਈਜ਼, ਸੁਪਨੇ ਦੇਖਦੀਆਂ ਅੱਖਾਂ। ਡੀ ਸਕੈਰੀ ਆਈਜ਼, ਡਰੀਆਂ ਹੋਈਆਂ ਅੱਖਾਂ। ਦ ਰਾਈਟ ਆਂਸਰ ਇਜ਼ ਏ, ਅ ਲੁੱਕ ਸ਼ੋਇੰਗ ਨੋ ਇਮੋਸ਼ਨਸ, ਇੱਕ ਅਜਿਹੀਆਂ ਅੱਖਾਂ ਜੋ ਕੋਈ ਭਾਵਨਾ ਵਿਅਕਤ ਨਹੀਂ ਕਰਦੀਆਂ। ਸੈਕਸ਼ਨ ਸੀ, ਚੈਪਟਰ 4, The Gold Frame. Question number 1, what was the name of Datta's shop? ਦੱਤਾ ਦੀ ਸ਼ਾਪ ਦਾ ਨਾਂ ਕੀ ਸੀ? Modern Frame Works. Number 2, Datta's shop was located in a gap between a drugstore and dash. ਦੱਤਾ ਦੀ ਜੋ ਦੁਕਾਨ ਸੀ ਉਸ ਦੇ ਇੱਕ ਪਾਸੇ ਤਾਂ ਦਵਾਈਆਂ ਦੀ ਦੁਕਾਨ ਸੀ, ਦੂਜੇ ਪਾਸੇ ਕਿਹੜੀ ਦੁਕਾਨ ਸੀ? ਜਿਨ੍ਹਾਂ ਦੋਵਾਂ ਦੇ ਵਿੱਚ ਸਥਿਤ ਸੀ ਦੱਤਾ ਦੀ ਦੁਕਾਨ? ਰੇਡੀਓ ਰਿਪੇਅਰ ਸ਼ਾਪ, ਇੱਕ ਰੇਡੀਓ ਠੀਕ ਕਰਨ ਵਾਲੀ ਦੁਕਾਨ। ਨੰਬਰ 3, ਦ ਕਸਟਮਰ ਵਾਂਟਡ ਟੂ ਗੈਟ ਦ ਪਿਕਚਰ ਆਫ ਹਿਜ਼ ਡੈਸ਼ ਫਰੇਮਡ। ਕਸਟਮਰ ਕੀ ਚਾਹੁੰਦਾ ਸੀ ਕਿ ਕਿਸ ਦੀ ਤਸਵੀਰ ਫਰੇਮ ਕੀਤੀ ਜਾਵੇ? ਗ੍ਰੈਂਡਫਾਦਰ, ਦਾਦਾ ਜੀ ਦੀ। ਨੰਬਰ 4, ਵਟ ਪ੍ਰਾਈਸ ਡਿਡ ਦੱਤਾ ਕੋਟ ਫॉर द फ्रेम? इस फ्रेम ਲਈ ਦੱਤਾ ਨੇ ਕਿੰਨੇ ਪੈਸੇ ਕਹੇ? 17 रुपीज़, 17 रुपए। हाउ मच टाइम डिड दत्ता आस्क फॉर द पिक्चर टू बी फ्रेम्ड? ਦੱਤਾ ਨੇ ਕਿੰਨਾ ਸਮਾਂ ਮੰਗਿਆ ਉਹ ਤਸਵੀਰ ਫਰੇਮ ਕਰਨ ਲਈ? 2 weeks, 2 ਹਫ਼ਤੇ। ਦੱਤਾ हैड लर्नड फ्रॉम द एक्सपीरियंस दैट ऑल द कस्टमर्स वर पंक्चुअल। ਦੱਤਾ ਨੂੰ ਆਪਣੇ ਅਨੁਭਵ ਤੋਂ ਇਹ ਪਤਾ ਲੱਗਿਆ ਸੀ
ਕਿ ਸਾਰੇ ਹੀ ਜਿਹੜੇ ਕਸਟਮਰ ਹੁੰਦੇ ਹਨ, ਗ੍ਰਾਹਕ ਹੁੰਦੇ ਹਨ, ਉਹ ਸਮੇਂ 'ਤੇ ਆਉਂਦੇ ਹਨ। ਦੈਟਸ ਫਾਲਸ, ਕਿਉਂਕਿ ਉਸ ਦਾ ਅਨੁਭਵ ਇਹ ਸੀ ਕਿ ਗ੍ਰਾਹਕ ਕਦੇ ਵੀ ਮਿੱਥੇ ਸਮੇਂ 'ਤੇ ਨਹੀਂ ਆਉਂਦੇ। ਨੰਬਰ 7, the tin containing white enamel paint landed on the picture. True or false? True. ਜੋ ਇੱਕ ਟੀਨ ਦੇ ਵਿੱਚ enamel paint ਪਿਆ ਸੀ ਉਹ ਤਸਵੀਰ ਦੇ ਉੱਤੇ ਗਿਰ ਗਿਆ, ਇਹ ਸੱਚ ਹੈ। The customer had asked for a cut mount with an oval shape. ਉਸ ਕਸਟਮਰ ਨੇ, ਗ੍ਰਾਹਕ ਨੇ ਕੀ ਮੰਗਿਆ ਸੀ ਕਿ ਕੱਟ ਕਰਕੇ ਮਾਊਂਟ ਕਰਕੇ ਇੱਕ ਤਸਵੀਰ ਲਾਈ ਜਾਵੇ ਅਤੇ ਅੰਡਾਕਾਰ ਉਸ ਦੀ ਸ਼ੇਪ ਰੱਖੀ ਜਾਵੇ। ਟਰੂ, ਇਹ ਸੱਚ ਸੀ। ਨੰਬਰ 9, ਵਟ ਵਰ ਦ ਵਾਲਸ ਆਫ ਦੱਤਾ ਸ਼ਾਪ ਕਵਰਡ ਵਿਦ। ਦੱਤਾ ਦੀ ਦੁਕਾਨ ਕਿਹੜੀਆਂ ਚੀਜ਼ਾਂ ਨਾਲ ਭਰੀ ਪਈ ਸੀ, ਖਾਸ ਕਰ ਉਸ ਦੀਆਂ ਕੰਧਾਂ ਕਿਹੜੀਆਂ ਚੀਜ਼ਾਂ ਨਾਲ ਲੱਦੀਆਂ ਪਈਆਂ ਸੀ। ਕਲੌਕਸ, ਪਿਕਚਰਸ, ਲਾਈਟਸ, ਵਾਲਪੇਪਰ। ਦ ਰਾਈਟ ਆਨਸਰ ਇਜ਼ ਪਿਕਚਰ, ਤਸਵੀਰਾਂ ਨਾਲ। ਨੰਬਰ 10, who was the owner of modern frameworks? Very simple, modern frameworks का मालिक कौन है? दत्ता। दत्ता की दुकान का नाम की है modern frameworks. Number 11, who is the author of the story The Gold Frame? इस दिलचस्प कहानी के लेखक कौन ਹਨ? R.K. ਲਕਸ਼ਮਣ, ਜੋ ਕਿ ਅਸਲ ਵਿੱਚ ਇੱਕ ਕਾਰਟੂਨਿਸਟ ਸਨ। ਥੋੜ੍ਹਾ ਬਹੁਤ ਉਹਨਾਂ ਨੇ ਲਿਖਿਆ ਜਿਸ 'ਚੋਂ ਇੱਕ ਇਹ ਕਹਾਣੀ ਸੀ, R.K. ਲਕਸ਼ਮਣ। Number 12, the customer came days in advance to collect the grandfather's framed poem photo. ਕਸਟਮਰ ਕਈ ਦਿਨ ਪਹਿਲਾਂ ਹੀ ਆ ਗਿਆ ਫੋਟੋ ਖਰੀਦਣ ਵਾਸਤੇ। ਕਿੰਨੇ ਦਿਨ ਪਹਿਲਾਂ ਆਇਆ ਸੀ? 4 days advance, 4 ਦਿਨ ਪਹਿਲਾਂ। ਦੱਤਾ stood transfixed. The word transfixed means ਦੱਤਾ ਉੱਥੇ ਹੀ ਜੜ ਰਹਿ ਗਿਆ, ਹਿੱਲ ਹੀ ਨਹੀਂ ਸਕਿਆ। ਇਸ ਦਾ ਕੀ ਮਤਲਬ ਹੈ? ਐਕਸਾਈਟਿਡ, ਉਤਸੁਕ ਸੀ। ਉਤਸੁਕ ਹੋ ਕੇ ਤਾਂ ਬੰਦਾ ਬਹੁਤ ਐਕਟਿਵ ਹੋ ਜਾਂਦਾ ਹੈ। ਨੰਬਰ 2, ਅਨਏਬਲ ਟੂ ਮੂਵ, ਉਹ ਹਿੱਲ ਹੀ ਨਹੀਂ ਪਾਇਆ। ਨੰਬਰ 3, ਅਨਪਰਟਰਬਡ, ਉਸਨੂੰ ਕੋਈ ਫਰਕ ਹੀ ਨਹੀਂ ਪਿਆ। D, ਕਾਮ ਐਂਡ ਕੰਪੋਜ਼, ਸ਼ਾਂਤ ਰਿਹਾ। ਦ ਰਾਈਟ ਆਨਸਰ ਇਜ਼ ਅਨਏਬਲ ਟੂ ਮੂਵ, ਉਹ ਹਿੱਲ ਹੀ ਨਹੀਂ ਪਾਇਆ, ਇੰਨਾ ਘਬਰਾ ਗਿਆ। Dear students, for more help, you can go to www.punjabeducare.org, General English 10+2. This is an app by SCRT Punjab. It is available on the Google Play Store. This slide has been prepared by Mr. Rohit Singh Saini, lecturer in English, Government Senior Secondary School, Kadianwali, Jalandhar, and vetted by Ms. Anurag Sidhu, lecturer in English, Government Senior Secondary School, Ramgarh Buddha, SS Nagar, Padho Punjab, Padhao Punjab, English project. If you like the video, you can subscribe the channel. Also like, share and comment. Keep on preparing for your November PAS exam. All the very best.